ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਭ ਦਾ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਮੈਂ ਤੁਹਾਡੇ ਨਾਲ ਗਗਨ ਗੱਲ ਕਰਾਂਗੇ ਖਰਾਬ ਲਾਈਫ ਸਟਾਈਲ ਤੇ ਖਾਣ ਪਾਨ ਦੀ ਵਜ੍ਹਾ ਦੇ ਨਾਲ ਭਾਰਤ ਦੇ ਵਿੱਚ ਹਾਰਟ ਅਟੈਕ ਦਾ ਖਤਰਾ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਹੈ। ਕੋਵਿਡ ਦੇ ਬਾਅਦ ਤਾਂ ਦਿਲ ਦੀਆਂ ਬਿਮਾਰੀ ਦਾ ਖਤਰਾ ਕਈ ਗੁਣਾ ਜ਼ਿਆਦਾ ਵੱਧ ਚੁੱਕਿਆ ਹੈ। ਇੱਕ ਰਿਪੋਰਟ ਦੇ ਮੁਤਾਬਿਕ ਸਾਲ 2022 ਤੋਂ ਹੀ ਹਾਰਟ ਅਟੈਕ ਦੇ ਮਾਮਲਿਆਂ ਦੇ ਵਿੱਚ 12% ਤੋਂ ਜ਼ਿਆਦਾ ਦਾ ਇਜ਼ਾਫਾ ਦਰਜ ਕੀਤਾ ਗਿਆ ਤੇ ਇਸ ਵਕਤ ਹਾਰਟ ਡਿਸੀਜ਼ਸ ਤੋਂ ਸਭ ਤੋਂ ਜ਼ਿਆਦਾ ਮਰੀਜ਼ ਇੰਡੀਆ ਦੇ ਵਿੱਚ ਨੇ। ਇਹ ਆંકੜਾ ਕਰੀਬ 40% ਹੈ। ਇਸ ਤੋਂ ਕਰੀਬ 50% ਮ੍ਰਿਤੂ ਦਰ ਹੋਣ ਦੇ ਕਰਕੇ ਪਹਿਲਾਂ ਹੀ ਡਾਇਗਨੋਸ ਕਰ ਪਾਉਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਜੇ ਇਹਦੇ ਵਿੱਚ ਜ਼ਰੂਰਤ ਹੈ ਹੋਰ ਜ਼ਿਆਦਾ ਸਤਰਕ ਰਹਿਣ ਦੀ, ਜਾਗਰੂਕ ਰਹਿਣ ਦੀ, ਤਾਂ ਕਿ ਲੋਕਾਂ ਨੂੰ ਹਾਰਟ ਡਿਸੀਜ਼ਸ ਦੇ ਬਾਰੇ ਸਮਾਂ ਰਹਿੰਦੇ ਹੀ ਪਤਾ ਲੱਗ ਸਕੇ। ਤੇ ਇਸੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਗਜਿੰਦਰਪਾਲ ਸਿੰਘ ਕਲੇਰ ਜੀ, ਕੰਸਲਟੈਂਟ ਨੇ, ਇੰਟਰਵੈਂਸ਼ਨਲ ਕਾਰਡੀਓਲੋਜੀ, SPS ਹਸਪੀਟਲ ਲੁਧਿਆਣਾ पंजाब। डॉक्टर यूपी सिंह, कंसलटेंट कार्डियोलॉजिस्ट, प्राइम हार्ट इंस्टीट्यूट चंडीगढ़ पंजाब। साढ़े सारे डॉक्टर्स का साढ़े इस खास शो दे विच बहुत बहुत स्वागत है। डॉक्टर गजेंद्रपाल सिंह कलेर जी, सब तो पहला थानू सवाल कि इंडिया दे विच हार्ट डिसीज़ तो लगातार जो आंकड़े वाधे जा रहे हैं, की तुसी कॉमन हार्ट कंडीशन ते इस दे मुख्य कारणों के बारे दस सकते हो? ਇਹਦੇ ਪਿੱਛੇ ਆਈ ਥਿੰਕ ਦੋ ਕਾਰਨ ਹੈ। ਇੱਕ ਤਾਂ ਵਾਕਈ ਵਧ ਰਹੀਆਂ ਨੇ, ਬਿਲਕੁਲ ਪੋਪੂਲੇਸ਼ਨ ਦੇ ਵਿੱਚ ਇੰਸੀਡੈਂਸ ਜਿਹੜਾ ਹੈ ਕਾਰਡਿਕ ਡਿਜ਼ੀਜ਼ਸ ਦਾ ਉਹ ਇਨਕਰੀਜ਼ ਕੀਤਾ ਹੈ। ਦੂਸਰਾ ਇਹਦਾ ਕਾਰਨ ਇਹ ਹੈ ਕਿ ਪਹਿਲੇ ਸਮੇਂ ਦੇ ਮੁਕਾਬਲੇ ਹੁਣ ਦੇ ਸਮੇਂ ਦੇ ਵਿੱਚ ਹੈਲਥ ਕੇਅਰ ਨੂੰ ਜਿਹੜਾ ਐਕਸੈਸ ਵੱਧ ਗਿਆ, ਇਹਦੇ ਕਰਕੇ ਇਹਨਾਂ ਬਿਮਾਰੀਆਂ ਦਾ ਡਾਇਗਨੋਸਿਸ ਵੱਧ ਰਿਹਾ। ਸੋ ਜਦੋਂ ਡਾਇਗਨੋਸਿਸ ਵਧਣਾ ਸ਼ੁਰੂ ਹੋ ਜਾਏ ਤਾਂ ਸਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਬਿਮਾਰੀਆਂ ਵੱਧ ਗਈਆਂ ਨੇ ਜਾਂ ਇੰਸੀਡੈਂਸ ਵੱਧ ਗਿਆ। ਸੋ ਦੋਨੋਂ ਕਾਰਨ ਨੇ। ਸੋ ਅਗਰ ਆਪਾਂ ਮੋਟੇ ਤੌਰ 'ਤੇ ਗੱਲ ਕਰੀਏ ਕਿ ਹਾਰਟ ਦੀ ਬਿਮਾਰੀਆਂ ਹੈ ਕਿਹੜੀਆਂ, ਸਭ ਤੋਂ ਜਿਹੜੀ ਇੰਪੋਰਟੈਂਟ ਜਾਂ ਸਭ ਤੋਂ ਖਤਰਨਾਕ ਜਿਹੜੀ ਬਿਮਾਰੀ ਆਪਾਂ ਕਹਿ ਦਿੰਦੇ ਹਾਂ ਉਹਨੂੰ ਆਪਾਂ ਹਾਰਟ ਅਟੈਕ ਕਹਿ ਦਿੰਦੇ ਹਾਂ, ਜਿਹੜਾ ਕਿ ਕੋਰੋਨਰੀ ਆਰਟਰੀ ਡਿਜ਼ੀਜ਼ ਕਰਕੇ ਹੁੰਦਾ। ਸੋ ਕੋਰੋਨਰੀ ਆਰਟਰੀ ਡਿਜ਼ੀਜ਼ ਬੇਸਿਕਲੀ ਹਾਰਟ ਦੀਆਂ ਮੇਨ 3 ਨਾੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਲੋਕੇਜ ਹੋਣ ਕਰਕੇ ਆਪਾਂ ਹਾਰਟ ਅਟੈਕ ਦੇ ਸਿੰਪਟਮਸ ਜਿਹੜੇ ਅਸੀਂ ਅੱਗੇ ਜਾ ਕੇ ਵੀ ਡਿਸਕਸ ਕਰਾਂਗੇ ਉਹ ਡਿਵੈਲਪ ਹੋ ਜਾਂਦੇ ਹਨ। ਮੋਟੇ-ਮੋਟੇ ਕਾਰਨਾਂ ਦੇ ਵਿੱਚ ਆਪਾਂ ਦੇਖੀਏ ਤਾਂ ਡਾਇਬਟੀਜ਼, अनकंट्रोल्ड डायबिटीज़ हो गया, अनकंट्रोल्ड हाइपरटेंशन, अपने पर्सनल हैबिट्स हो गया, स्मोकिंग हो गया, तंबाकू का इस्तेमाल हो गया, सीडेंटरी लाइफस्टाइल, हमेशा बैठे रहना, ज़्यादा दौड़ भज का काम ना होना, ऑफिशियल वर्कस जोड़े करते हैं आम तौर पर लोग, उन्होंने लाइफस्टाइल बहुत सीडेंटरी है। सो ये एक बहुत इंपॉर्टेंट कारण है हार्ट डिजीज़ होने का। तीसरा डाइटरी हैबिट्स, अच्छी डाइट का सेवन ना करना, दैट इज़ एक्सट्रीमली वाइटल दैट कि ਆਪਾਂ ਇਹਨੂੰ ਆਪਾਂ ਚੇਂਜ ਕਰੀਏ ਤਾਂ ਕਿ ਆਪਾਂ ਹਾਰਟ ਡਿਜ਼ੀਜ਼ ਜਾਂ ਫਿਰ ਕੋਰੋਨਰੀ ਆਰਟਰੀ ਡਿਜ਼ੀਜ਼ ਦੇ ਆਪਾਂ ਕਿਤੇ ਸ਼ਿਕਾਰ ਨਾ ਹੋ ਜਾਈਏ। ਫਰਦਰ ਬਹੁਤ ਸਾਰੀਆਂ ਆਕੂਪੇਸ਼ਨਲ ਬਿਮਾਰੀਆਂ ਨੇ ਜਿਹਦੇ ਕਰਕੇ ਵੀ ਇਨਸੀਡੈਂਸਿਸ ਵੱਧ ਜਾਂਦੇ ਨੇ। ਐਂਡ ਥਰਡਲੀ ਐਂਡ ਲਾਸਟਲੀ ਬਟ ਮੋਸਟ ਇੰਪੋਰਟੈਂਟਲੀ ਇੱਕ ਫੈਮਿਲੀ ਹਿਸਟਰੀ ਹੋਣਾ। ਸਾਨੂੰ ਆਪਣੇ ਪੇਰੈਂਟਸ ਤੋਂ ਜਿਹੜੀਆਂ ਜੀਨਸ ਮਿਲੀਆਂ ਨੇ ਉਹਨਾਂ ਦੇ ਵਿੱਚ ਅਗਰ ਆਪਾਂ ਨੂੰ ਪੇਰੈਂਟਸ ਦੇ ਵਿੱਚ ਵੀ ਅਗਰ ਹਾਰਟ ਡਿਜ਼ੀਜ਼ ਦੀ ਇਨਸੀਡੈਂਸ ਸੀਗਾ ਤੇ ਸਾਨੂੰ ਵੀ ਹਾਰਟ ਡਿਜ਼ੀਜ਼ ਹੋਣ ਦੇ ਚਾਂਸਸ ਜਿਹੜੇ ਨੇ ਉਹ ਹਾਈ ਰਹਿੰਦੇ ਨੇ। ਡਾਕਟਰ ਯੂਪੀ ਸਿੰਘ ਜੀ, ਕੀ ਤੁਸੀਂ ਹਾਰਟ ਡਿਸੀਜ਼ ਦੇ ਰਿਸਕ ਫੈਕਟਰ ਦੇ ਬਾਰੇ ਡਿਟੇਲ ਦੇ ਨਾਲ ਜਾਣਕਾਰੀ ਦੇ ਸਕਦੇ ਹੋ ਜੋ ਕਿ ਇੰਡੀਆ ਦੇ ਵਿੱਚ ਕਾਮਨ ਹੈ? ਦੇਖੋ, ਹਾਰਟ ਡਿਜ਼ੀਜ਼ ਦੇ ਕਾਫੀ ਸਾਰੇ ਰਿਸਕ ਫੈਕਟਰ ਹੈ ਜਿਨ੍ਹਾਂ ਚੋਂ ਕਾਮਨ ਰਿਸਕ ਫੈਕਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਇਹਨਾਂ ਨੂੰ ਮੋਡੀਫਾਈ ਕਰ ਸਕਦੇ ਹਾਂ, ਉਹ ਡਾਇਬਟੀਜ਼ ਹੈਗੀ, ਹਾਈਪਰਟੈਂਸ਼ਨ ਹੈਗੀ ਹੈ, ਕੋਲੈਸਟਰੋਲ ਹੈਗੀ ਹੈ, ਸਮੋਕਿੰਗ ਹੈਗੀ। ਇਹ ਤੇ ਰਿਸਕ ਫੈਕਟਰ ਅਸੀਂ ਬਦਲ ਸਕਦੇ ਹਾਂ ਆਪਣੀ ਹਿੰਮਤ ਨਾਲ। ਕੁਛ ਇੱਕ ਰਿਸਕ ਫੈਕਟਰ ਹੈ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ। ਫੈਮਿਲੀ ਹਿਸਟਰੀ, ਮੇਰੇ ਫੈਮਿਲੀ 'ਚ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ, ਫਾਦਰ ਨੂੰ, ਮਦਰ ਨੂੰ, ਬ੍ਰਦਰ ਨੂੰ, ਇਹ ਮੈਂ ਨਹੀਂ ਚੇਂਜ ਕਰ ਸਕਦਾ। ਠੀਕ ਹੈ। ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਮੋਡੀਫਾਈ ਕਰ ਸਕਦੇ ਹਾਂ ਉਹ ਰਿਸਕ ਫੈਕਟਰ ਨੂੰ ਸਾਨੂੰ ਮੋਡੀਫਾਈ ਕਰਨਾ ਚਾਹੀਦਾ। ਜਿਹੜੇ ਮੈਂ ਦੱਸਿਆ ਇਹ ਤਾਂ ਮੇਜਰ ਰਿਸਕ ਫੈਕਟਰ ਹੈ। ਫਿਰ ਉਸ ਤੋਂ ਬਾਅਦ ਮਾਈਨਰ ਰਿਸਕ ਫੈਕਟਰ ਆਉਂਦੇ ਹੈ। ਮਾਈਨਰ ਰਿਸਕ ਫੈਕਟਰ ਮਤਲਬ ਅਸੀਂ ਐਕਸਰਸਾਈਜ਼ ਨਹੀਂ ਕਰਦੇ, ਅਸੀਂ ਸਟ੍ਰੈਸਫੁਲ ਲਾਈਫ ਨੂੰ ਲੀਡ ਕਰ ਰਹੇ ਹਾਂ, ਇਹ ਸਾਰੇ ਰਿਸਕ ਫੈਕਟਰ ਹੈਗੇ। ਡਾਕਟਰ ਗਜਿੰਦਰਪਾਲ ਸਿੰਘ ਕਲੇਰ ਜੀ, ਕੀ ਤੁਸੀਂ ਹਾਰਟ ਪ੍ਰੋਬਲਮ ਦੇ ਸਿੰਪਟਮਸ ਦੇ ਬਾਰੇ ਦੱਸ ਸਕਦੇ ਹੋ ਜੋ ਕਿ ਆਮ ਤੌਰ ਤੇ ਪਹਿਚਾਣ ਦੇ ਵਿੱਚ ਨਹੀਂ ਆਉਂਦੇ ਤੇ ਇਸ ਦੇ ਨਾਲ ਹੀ ਉਸਦੇ ਇੰਪੋਰਟੈਂਸ ਦੇ ਬਾਰੇ ਵੀ ਜਾਣਕਾਰੀ ਦਿਓ। ਸੋ ਸਭ ਤੋਂ ਪਹਿਲਾਂ ਤਾਂ ਅਗਰ ਆਪਾਂ ਗੱਲ ਕਰੀਏ ਛਾਤੀ ਦੇ ਦਰਦ, ਚੈਸਟ ਪੇਨ, ਜਿਹਨੂੰ ਅਸੀਂ ਮਤਲਬ ਸਾਇੰਟੀਫਿਕ ਟਰਮਸ ਦੇ ਵਿੱਚ ਐਂਜਾਈਨਾ ਕਹਿ ਦਿੰਦੇ ਹਾਂ। ਸੋ ਛਾਤੀ ਦੇ ਵਿੱਚ ਵਿੱਚੋਂ ਵਿੱਚ ਦਰਦ ਹੋਣਾ ਜਾਂ ਫਿਰ ਖੱਬੇ ਸ਼ੋਲਡਰ ਤੱਕ ਜਾਣਾ ਜਾਂ ਫਿਰ ਬਾਜੂ 'ਚ ਆ ਜਾਣਾ, ਇਹ ਟਿਪੀਕਲ ਪੇਨ ਹੈ। ਉਹ ਕਈ ਵਾਰ ਟਿਪੀਕਲ ਪੇਨ ਨਹੀਂ ਵੀ ਹੁੰਦਾ। ਸੋ ਅਗਰ ਆਪਾਂ ਟਿਪੀਕਲ ਪੇਨ ਦੀ ਗੱਲ ਕਰੀਏ, ਛਾਤੀ 'ਚ ਦਰਦ ਹੋਣਾ, ਜਵਾੜੇ ਤੱਕ ਜਾਣਾ, ਲੈਫਟ ਆਰਮ ਤੱਕ ਜਾਂ ਬਾਜੂ ਤੱਕ ਆ ਜਾਣਾ ਜਾਂ ਫਿਰ ਦੋਨੋਂ ਕੰਧਿਆਂ 'ਚ, ਦੋਨੋਂ ਕੂਹਣੀਆਂ ਦੇ ਵਿੱਚ ਜਾਣਾ,
ਇਹ ਇੱਕ ਟਿਪੀਕਲ ਪੇਨ ਹੈ। ਪਰ ਕਈ ਵਾਰ ਇਹ ਪੇਨ ਟਿਪੀਕਲ ਨਹੀਂ ਹੁੰਦਾ ਹਰ ਪੇਸ਼ੈਂਟ ਦੇ ਵਿੱਚ। ਕਈ ਵਾਰ ਹਲਕੀ ਜਲਨ ਹੋ ਜਾਣਾ, ਹਲਕੇ ਖੱਟੇ ਡਕਾਰ, ਇੱਕਦਮ ਡਕਾਰ ਆਣੇ ਲੱਗ ਗਏ, ਜਾਂ ਫਿਰ ਹਲਕਾ ਜਿਹਾ ਸਾਹ ਚੜਨਾ। ਸੋ ਸੈਕੰਡ ਇੰਪੋਰਟੈਂਟ ਸਿੰਪਟਮ ਜਿਹੜਾ ਹੈ ਉਹ ਹੈ ਬ੍ਰੈਥਲੈਸਨੈਸ, ਜਿਹਨੂੰ ਕਿ ਆਪਾਂ ਡਿਸਨੀਆ ਕਹਿ ਦਿੰਦੇ ਹਾਂ, ਜਾਂ ਫਿਰ ਇੱਕਦਮ ਪੇਸ਼ੈਂਟ ਬੈਠਾ ਬੈਠਾ ਇੱਕਦਮ ਹੀ ਸਾਹ ਫੁੱਲ ਗਿਆ। ਸੋ ਇਸ ਕੇਸ ਦੇ ਵਿੱਚ ਆਪਾਂ ਨੂੰ ਸਾਡੇ ਮਾਈਂਡ ਦੇ ਵਿੱਚ ਹਮੇਸ਼ਾ ਹੋਣਾ ਚਾਹੀਦਾ ਹੈ ਕਿ ਕਿਤੇ ਇੱਕਦਮ ਸਾਹ ਚੜਨ ਦੀ ਬਿਮਾਰੀ ਹੈ ਜਿਹੜੀ, ਕਿਤੇ ਮੋਸਟ ਲਾਈਕਲੀ ਜਿਹੜੀ ਹਾਰਟ ਤੇ ਕੋਈ ਐਬਨੋਰਮੈਲਿਟੀ ਜਾਂ ਡਿਜ਼ੀਜ਼ ਦਾ ਜਾਂ ਹਾਰਟ ਅਟੈਕ ਦਾ ਇੱਕ ਲੱਛਣ ਹੋ ਸਕਦਾ ਹੈ। ਐਂਡ ਮੋਸਟਲੀ ਜਿਵੇਂ ਮੈਂ ਕਿ ਦੱਸਿਆ ਕਿ ਮੋਸਟਲੀ ਤਾਂ ਪੇਸ਼ੈਂਟਸ ਨੂੰ ਟਿਪੀਕਲ ਸਿੰਪਟਮ ਹੁੰਦੇ ਨੇ, ਬਟ ਕਈ ਵਾਰ ਇਹ ਏਟਿਪੀਕਲ ਸਿੰਪਟਮਸ ਜਾਂ ਫਿਰ ਮਾਈਨਰ ਸਿੰਪਟਮਸ ਦੇ ਤੌਰ ਦੇ ਉੱਤੇ ਹਾਰਟ ਜਿਹੜਾ ਡਿਜ਼ੀਜ਼ ਹੈ ਉਹ ਪ੍ਰੈਜ਼ੈਂਟ ਕਰਦਾ ਹੈ। ਸੋ ਇਹ ਲੱਛਣ ਕਈ ਵਾਰ ਮਿਸ ਹੋ ਜਾਂਦੇ ਨੇ। ਵੀ ਹਲਕਾ ਜਿਹਾ ਡਾਇਬਟੀਜ਼ ਵਾਲੇ ਪੇਸ਼ੈਂਟ ਹੁੰਦੇ ਨੇ, ਉਹਨਾਂ ਵਿੱਚ ਨਰਵਸ ਵੀਕ ਹੁੰਦੀਆਂ ਨੇ ਤੇ ਕਈ ਵਾਰ ਪੇਨ ਨਹੀਂ ਮਹਿਸੂਸ ਹੁੰਦਾ, ਸੋ ਸਿਰਫ ਸਾਹ ਹੀ ਚੜਦਾ ਹੈ, ਜਾਂ ਹਲਕਾ ਜਿਹਾ ਪਸੀਨਾ ਆ ਗਿਆ, ਜਾਂ ਹਲਕੀ ਜਿਹੀ ਤਰੇਲੀ ਆਈ, ਜਾਂ ਹਲਕਾ ਜਿਹਾ ਜੀ ਘਬਰਾਇਆ, ਧੜਕਨ ਮਹਿਸੂਸ ਹੋਈ, ਔਰ ਇਹ ਪੇਸ਼ੈਂਟਸ ਆਮ ਤੌਰ ਦੇ ਉੱਤੇ ਮਿਸ ਹੋ ਜਾਂਦੇ ਨੇ। ਸੋ ਇਹੋ ਜਿਹੇ ਪੇਸ਼ੈਂਟਸ ਨੂੰ, ਡਾਇਬਟੀਜ਼ ਪੇਸ਼ੈਂਟਸ ਨੂੰ ਜਿਨ੍ਹਾਂ ਦੇ ਵਿੱਚ ਹਾਈਪਰਟੈਂਸ਼ਨ ਹੈ, ਪਹਿਲਾਂ ਤੋਂ ਫੈਮਿਲੀ ਹਿਸਟਰੀ ਹੈ, ਅਗਰ ਇੱਦਾਂ ਦਾ ਕੋਈ ਵੀ ਸਿੰਪਟਮ ਆ ਰਿਹਾ, ਇੱਦਾਂ ਦਾ ਕੋਈ ਵੀ ਲੱਛਣ ਆ ਰਿਹਾ, ਤਾਂ ਹਮੇਸ਼ਾ ਡਾਕਟਰੀ ਸਲਾਹ ਲਓ, ਆਪਣਾ ਜਾ ਕੇ ਐਗਜ਼ਾਮੀਨੇਸ਼ਨ ਕਰਾਓ। ਔਰ ਟਾਈਮਿੰਗ ਇੰਪੋਰਟੈਂਟ ਹੈ। ਹਾਰਟ ਡਿਜ਼ੀਜ਼ ਦੇ ਵਿੱਚ ਆਪਾਂ ਕਦੇ ਵੀ ਸਿੰਪਟਮ ਨੂੰ ਡਿਲੇ ਨਹੀਂ ਕਰਨਾ ਵੀ ਆਪਾਂ ਕੱਲ ਪਰਸੋਂ ਜਾਂ ਨਰਸੋਂ ਜਾ ਕੇ ਦਿਖਾ ਲਾਂਗੇ। ਡਾਕਟਰ ਯੂਪੀ ਸਿੰਘ ਜੀ, ਕਿਸੇ ਵੀ ਹਾਰਟ ਡਿਸੀਜ਼ ਦੇ ਡਿਟੈਕਸ਼ਨ ਦੇ ਲਈ ਡਾਇਗਨੋਸਟਿਕ ਟੈਸਟ ਕਿੰਨਾ ਅਹਿਮ ਰੋਲ ਪਲੇ ਕਰਦਾ ਹੈ ਤੇ ਇਸ ਨੂੰ ਕਰਨ ਦਾ ਸਹੀ ਸਮਾਂ ਕੀ ਹੁੰਦਾ ਹੈ? ਹਾਰਟ ਡਿਜ਼ੀਜ਼ ਨੂੰ ਪਿਕਅਪ ਕਰਨੇ ਵਾਸਤੇ ਪਹਿਲਾਂ ਤਾਂ ਸਿੰਪਟਮ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਵਿੱਚ ਡਾਇਗਨੋਸਟਿਕ ਟੈਸਟ ਨਾ ਕਹੀਏ, ਕੋਲੇਸਟ੍ਰੋਲ ਚੈੱਕਅਪ ਜ਼ਰੂਰੀ ਹੈ, ਬਲੱਡ ਪ੍ਰੈਸ਼ਰ ਦਾ ਚੈੱਕਅਪ ਜ਼ਰੂਰੀ ਹੈ, ਡਾਇਬਟੀਜ਼ ਦਾ ਚੈੱਕਅਪ ਜ਼ਰੂਰੀ ਹੈ। ਜਦੋਂ ਅਸੀਂ ਇਹ 3 ਟੈਸਟ ਕਰ ਲਏ, ਉਸ ਤੋਂ ਬਾਅਦ ਜੇ ਅਸੀਂ ਫਿਰ ਵੀ ਸਾਨੂੰ ਸ਼ੱਕ ਹੈਗਾ ਕਿ ਮਰੀਜ਼ ਨੂੰ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ, ਤੇ ਸਾਡੇ ਕੋਲ 2 ਬੜੇ ਇੰਪੋਰਟੈਂਟ ਟੈਸਟ ਹੈਗੇ, ਜਿਨ੍ਹਾਂ ਨੂੰ ਅਸੀਂ ਈਕੋਕਾਰਡੀਓਗ੍ਰਾਫੀ ਕਹਿੰਦੇ ਹਾਂ ਤੇ TMT ਕਹਿੰਦੇ ਹਾਂ। ਤੇ ਜੇ ਸਾਨੂੰ ਹਾਰਟ ਦੀ ਪ੍ਰੋਬਲਮ ਦਾ ਸ਼ੱਕ ਕਾਫੀ ਜ਼ਿਆਦਾ ਹੈ, ਫੈਮਿਲੀ ਦੇ ਵਿੱਚ ਹਾਰਟ ਦੀ ਪ੍ਰੋਬਲਮ ਹੈ, ਕੋਲੇਸਟ੍ਰੋਲ ਜ਼ਿਆਦਾ ਹੈ, ਫਿਰ ਅਸੀਂ CT ਸਕੈਨ ਵਾਲੀ ਐਂਜੀਓਗ੍ਰਾਫੀ ਵੀ ਰਿਕਮੈਂਡ ਕਰ ਸਕਦੇ ਹਾਂ। ਸੋ ਇਹ ਸਾਰੇ ਟੈਸਟ ਜਿਹੜੇ ਹੈ ਉਹ ਡਾਕਟਰ ਦੀ ਜਜਮੈਂਟ ਦੇ ਉੱਤੇ ਬੇਸਡ ਹੈ ਕਿ ਕਿੰਨਾ ਕੁ ਬੰਦੇ ਦੇ ਹਾਰਟ ਦੀ ਪ੍ਰੋਬਲਮ ਹੋਣ ਦਾ ਸ਼ੱਕ ਹੈਗਾ, ਤੇ ਉਹਦੇ ਹਿਸਾਬ ਦੇ ਨਾਲ ਕਿੰਨੇ ਕੁ ਟੈਸਟ ਰਿਕੁਆਇਰਡ ਹੈਗੇ ਇੱਕ ਬੰਦੇ ਦੇ। ਸੋ ਟੈਸਟ ਬਹੁਤ ਹੈ ਔਰ ਬਹੁਤ ਜ਼ਰੂਰੀ ਟੈਸਟ ਹੈ, ਜਿਹਦੇ ਨਾਲ ਹਾਰਟ ਦੀ ਡਿਜ਼ੀਜ਼ ਜਿਹੜੀ ਹੈ ਉਹ ਜਲਦੀ ਟਾਈਮਲੀ ਪਤਾ ਲੱਗ ਸਕਦੀ। ਡਾਕਟਰ ਗਜੇਂਦਰਪਾਲ ਸਿੰਘ ਕਲੇਰ ਜੀ, ਹਾਰਟ ਡਿਸੀਜ਼ ਦਾ ਸਮੇਂ ਰਹਿੰਦੇ ਪਤਾ ਲਗਾਉਣ ਦੇ ਲਈ ਕਿਹੜੇ ਟੈਸਟ ਆਪਸ਼ਨ ਅਵੇਲੇਬਲ ਨੇ? ਦਿਲ ਦੀ ਬਿਮਾਰੀ ਨੂੰ ਜਾਣਨ ਲਈ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਬੇਸਿਕ ਇਨਵੈਸਟੀਗੇਸ਼ਨ ਜਿਹੜਾ ਹੈ ਉਹ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ, ਉਹ ਇੱਕ ECG ਹੈ। ਬਹੁਤ ਹੀ ਈਜ਼ੀਲੀ ਅਵੇਲੇਬਲ ਹੈ। ਆਈ ਥਿੰਕ ਹਰ ਪਿੰਡ ਦੇ ਲਾਗੇ ਤਾਗੇ ਕਿਸੇ ਨਾ ਕਿਸੇ ਸਬ ਟਾਊਨ ਦੇ ਵਿੱਚ ਆਪਾਂ ਨੂੰ ਆਰਾਮ ਨਾਲ ECG ਦੀ ਮਸ਼ੀਨ ਮਿਲ ਜਾਂਦੀ ਹੈ। ਸੋ ECG ਜਾ ਕੇ ਕਰਵਾਉਣਾ ਔਰ ਉਹਨੂੰ ਡੈਸੀਫਰ ਕਰਨਾ, ਉਹਨੂੰ ਰੀਡ ਕਰਨਾ। ਮੋਟੇ ਜਿਹੜੇ ਮੇਜਰ ਹਾਰਟ ਦੇ ਜਿਹੜੀਆਂ ਐਲੀਮੈਂਟਸ ਨੇ ਉਹ ਇਹਦੇ ਤੋਂ ਹੀ ਆਪਾਂ ਡਾਇਗਨੋਸ ਕਰ ਸਕਦੇ ਹਾਂ। ਜਦੋਂ ECG ਤੋਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ, ਨੈਕਸਟ ਲਾਈਨ ਆਫ ਇਨਵੈਸਟੀਗੇਸ਼ਨ ਹੈਗੀ ਹੈ ਈਕੋਕਾਰਡੀਓਗ੍ਰਾਫੀ, ਜਿਹੜਾ ਕਿ ਆਪਾਂ ਹਾਰਟ ਦਾ ਅਲਟਰਾਸਾਊਂਡ ਕਿਹਾ ਜਾਂਦਾ ਹੈ ਉਹਨੂੰ। ਸੋ ਬੇਸਿਕਲੀ ਹਾਰਟ ਦੇ ਅਲਟਰਾਸਾਊਂਡ ਜਾਂ ਫਿਰ ਈਕੋਕਾਰਡੀਓਗ੍ਰਾਫੀ ਤੋਂ ਆਪਾਂ ਹਾਰਟ ਦੇ ਮਸਲ ਦੀ ਜਾਣਕਾਰੀ ਲੈ ਸਕਦੇ ਹਾਂ, ਹਾਰਟ ਦੇ ਵੈਲਵਸ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ, ਬਹੁਤ ਸਾਰੀ ਸਟਰਕਚਰਲ ਬਿਮਾਰੀਆਂ ਔਰ ਹਾਰਟ ਦੀ ਪੰਪਿੰਗ ਜਾਂ ਫੰਕਸ਼ਨ ਦੇ ਬਾਰੇ ਆਪਾਂ ਜਾਣ ਸਕਦੇ ਹਾਂ। ਦੈਨ ਫਰਦਰ ਲਾਈਨ ਆਫ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਆਪਾਂ ਹਾਰਟ ਅਟੈਕ ਦੀ ਗੱਲ ਕਰੀਏ ਤਾਂ ਬਲੱਡ ਦੇ ਇਨਵੈਸਟੀਗੇਸ਼ਨਸ ਨੇ, ਜਿਹਦੇ ਰਾਹੀਂ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਪੇਸ਼ੈਂਟ ਨੂੰ ਕੋਈ ਹਾਰਟ ਅਟੈਕ ਜਾਂ ਮਾਇਓਕਾਰਡੀਅਲ ਇਨਫਾਰਕਸ਼ਨ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ। ਦੈਨ ਜਦੋਂ ਇਹ ਸਾਰੇ ਸਿੰਪਟਮਸ ਆਪਾਂ ਇਵੈਲੂਏਟ ਕਰ ਲਏ, ਇਵੈਲੂਏਸ਼ਨ ਹੋ ਗਿਆ, ਇਨਵੈਸਟੀਗੇਸ਼ਨਸ ਕਰ ਲਏ, ਸਟੇਬਲ ਕੋਰੋਨਰੀ ਆਰਟਰੀ ਡਿਜ਼ੀਜ਼ ਵਾਲੇ ਪੇਸ਼ੈਂਟ ਜਿਨ੍ਹਾਂ ਦੇ ਵਿੱਚ ਸਿਰਫ ਐਗਜ਼ਰਸ਼ਨ ਦੇ ਉੱਤੇ ਸਿੰਪਟਮਸ ਆਉਂਦੇ ਨੇ, ਉਹਨਾਂ ਕੇਸਿਸ ਦੇ ਅਸੀਂ ਵਿੱਚ ਸਟ੍ਰੈਸ ਟੈਸਟਿੰਗ, TMT, ਸਟ੍ਰੈਸ ਈਕੋ ਜਾਂ ਫਿਰ ਸਟ੍ਰੈਸ ਥਾਈਲੀਅਮ ਕਰਾ ਸਕਦੇ ਹਾਂ। ਐਂਡ ਇਹ ਸਭ ਜਾਣਨ ਤੋਂ ਬਾਅਦ ਜਦੋਂ ਸਾਨੂੰ ਲੋੜ ਮਹਿਸੂਸ ਹੋਏ ਤੇ ਹਾਰਟ ਦੀ ਨਾੜੀਆਂ ਦੀ ਜਾਂਚ, ਜਿਹਨੂੰ ਕਿ ਅਸੀਂ ਆਪਾਂ ਕੋਰੋਨਰੀ ਐਂਜੀਓਗ੍ਰਾਫੀ, ਆਪਾਂ ਕੈਥ ਲੈਬ 'ਚ ਲਿਜਾ ਕੇ ਇਸ ਪੇਸ਼ੈਂਟ ਦੀ ਜੇ ਪਰਫਾਰਮ ਕਰਨੀ ਹੋਏ, ਦੈਨ ਵੀ ਕੈਨ ਡੂ ਦੈਟ ਆਲਸੋ। ਡਾਕਟਰ ਯੂਪੀ ਸਿੰਘ ਜੀ, ਤੁਸੀਂ CPR ਦੀ ਇੰਪੋਰਟੈਂਸ, ਇਸ ਦੇ ਫੰਡਾਮੈਂਟਲ ਸਟੈਪਸ ਦੇ ਬਾਰੇ ਜਾਣਕਾਰੀ ਦਿਓ ਸਰ। ਕਾਰਡੀਓਪਲਮਨਰੀ ਰਿਸੈਸੀਟੇਸ਼ਨ, ਜਿਹਨੂੰ ਅਸੀਂ CPR ਕਹਿੰਦੇ ਹਾਂ, ਅਸੀਂ ਅੱਗੇ ਅਗਰ ਕੋਈ ਰੋਡ ਸਾਈਡ ਦੇ ਉੱਤੇ ਤੇ ਵੈਸੇ ਕਿ ਅਸੀਂ ਦੇਖੀਏ ਕਿ ਕੋਈ ਮਰੀਜ਼ ਕਲੈਪਸ ਕਰ ਗਿਆ, ਉਹਦਾ ਸਾਹ ਬੰਦ ਹੋ ਗਿਆ, ਉਹਦਾ ਹਾਰਟ ਨਹੀਂ ਚੱਲ ਰਿਹਾ, ਅਸੀਂ ਉਦੋਂ ਇਸ ਟੈਕਨੀਕ ਨੂੰ ਕਰਦੇ ਹਾਂ ਜਿਹਨੂੰ CPR ਕਹਿੰਦੇ ਆ। CPR ਵਰਲਡ ਓਵਰ ਕਾਫੀ ਬੰਦਿਆਂ ਨੂੰ ਟ੍ਰੇਨ ਕੀਤਾ ਜਾਂਦਾ, ਡਰਾਈਵਰਸ ਨੂੰ, ਟੀਚਰਸ ਨੂੰ, ਡਾਕਟਰਸ ਤਾਂ ਟ੍ਰੇਨਡ ਹੈ ਹੀ,
CPR ਦੇ ਵਿੱਚ। CPR ਦੇ ਵਿੱਚ ਜਦੋਂ ਹਾਰਟ ਰੁਕ ਜਾਂਦਾ ਹੈ, ਅਸੀਂ ਉਸ ਵੇਲੇ ਮਰੀਜ਼ ਨੂੰ ਪਹਿਲਾਂ ਅਰਾਊਜ਼ ਕਰਨੇ ਦੀ ਕੋਸ਼ਿਸ਼ ਕਰੀਦੀ ਹੈ, ਆਵਾਜ਼ ਲਗਾਈਦੀ ਹੈ। ਜੇ ਮਰੀਜ਼ ਰਿਸਪੌਂਡ ਨਹੀਂ ਕਰਦਾ, ਫਿਰ ਅਸੀਂ ਉਹਦੀ ਨੈਕ ਦੀ ਜਿਹੜੀ ਆਰਟਰੀ ਹੈਗੀ ਉੱਥੇ ਉਹਦੀ ਪਲਸ ਦੇਖ ਸਕਦੇ ਹਾਂ। ਫਿਰ ਅਸੀਂ ਦੇਖ ਸਕਦੇ ਹਾਂ ਮਰੀਜ਼ ਸਾਹ ਲੈ ਰਿਹਾ ਹੈ ਕਿ ਨਹੀਂ ਲੈ ਰਿਹਾ ਹੈ। ਜੇ ਮਰੀਜ਼ ਦੀ ਇਹਨਾਂ ਤਿੰਨਾਂ ਕੰਡੀਸ਼ਨ 'ਚ ਰਿਸਪੌਂਡ ਨਹੀਂ ਕਰ ਰਿਹਾ, ਸਾਹ ਨਹੀਂ ਰਹਿ ਰਿਹਾ, ਪਲਸ ਨਹੀਂ ਚੱਲ ਰਹੀ, ਤੇ ਅਸੀਂ CPR ਨੂੰ ਸ਼ੁਰੂ ਕਰਦੇ ਹਾਂ। ਉਹਦੀ ਪ੍ਰੋਪਰ ਵਿਧੀ ਹੈ CPR ਦੀ, ਉਹ ਕਾਫੀ ਸਾਰੇ ਜਿਹੜੇ ਇੰਟਰਨੈਟ ਰਿਸੋਰਸਿਸ ਹੈ ਉੱਥੇ ਮਿਲਦੀ ਹੈ। ਸਾਨੂੰ ਟ੍ਰੇਨਿੰਗ ਵੀ ਹੁੰਦੀ ਹੈ, ਜਿਹਦੇ 'ਚ ਅਸੀਂ ਹਾਰਟ ਨੂੰ ਪੰਪ ਕਰਦੇ ਹਾਂ 100 ਟਾਈਮਸ ਇਨ ਅ ਮਿਨਟ, ਤੇ ਨਾਲ ਅਸੀਂ 12 ਤੋਂ 14 ਟਾਈਮਸ ਉਹਨੂੰ ਰੈਸਪੀਰੇਸ਼ਨ ਦਿੰਦੇ ਹਾਂ। ਇੱਕ ਪ੍ਰੋਪਰ ਟੈਕਨੀਕ ਹੈ ਜਿਹਨੂੰ ਕਰਨੇ ਦਾ ਪ੍ਰੋਪਰ ਵਿਧੀ ਹੈ। ਜੇ ਅਸੀਂ ਉਹਨੂੰ ਗਲਤ ਤਰੀਕੇ ਨਾਲ ਕਰੀਏ ਤੇ ਇਹ CPR ਇਫੈਕਟਿਵ ਨਹੀਂ ਹੁੰਦਾ। CPR ਦੇ ਨਾਲ ਅਸੀਂ ਕਿਸੇ ਬੰਦੇ ਦੀ ਜਾਨ ਬਚਾ ਸਕਦੇ ਹਾਂ। ਮਰੀਜ਼ਾਂ ਦਾ ਜੇ CPR ਕਰੀਏ, ਹਾਰਟ ਅਬਾਊਟ 10% ਬੰਦਿਆਂ ਦਾ ਹਾਰਟ ਦੁਬਾਰਾ ਚੱਲ ਜਾਂਦਾ। ਦੁਬਾਰਾ ਚੱਲ ਕੇ ਅਸੀਂ ਉਹ ਮਰੀਜ਼ ਨੂੰ ਹਸਪੀਟਲ ਲਿਜਾ ਸਕਦੇ ਹਾਂ ਤੇ ਉਹਦੀ ਲਾਈਫ ਬਚ ਸਕਦੀ ਹੈ। ਉਸ ਬੰਦੇ ਦੀ ਜਿਹਨੂੰ ਜੇ CPR ਨਾ ਕਰੀਏ, then it is end of life। ਡਾਕਟਰ ਗਜਿੰਦਰਪਾਲ ਸਿੰਘ ਕਲੇਰ ਜੀ, ਹਾਰਟ ਅਟੈਕ ਤੇ ਕਾਰਡੀਅਕ ਅਰੈਸਟ ਦੇ ਦਰਮਿਆਨ ਦਾ ਡਿਫਰੈਂਸ ਕੀ ਹੁੰਦਾ ਹੈ ਤੇ ਇਸ ਦੇ ਵਿੱਚ CPR ਕਦੋਂ ਦੇਣਾ ਹੁੰਦਾ ਹੈ? ਸੋ ਹਾਰਟ ਅਟੈਕ ਤਾਂ ਆਮ ਤੌਰ ਤੇ ਅਸੀਂ ਜਿਹੜਾ ਸਾਇੰਟੀਫਿਕ ਟਰਮਸ ਦੇ ਵਿੱਚ ਇਹਨੂੰ ਯੂਜ਼ ਕਰਦੇ ਆ ਤਾਂ ਉਹਦਾ ਟਰਮ ਹੁੰਦਾ ਮਾਇਓਕਾਰਡੀਅਲ ਇਨਫਾਰਕਸ਼ਨ। ਸੋ ਲੇਮੈਨ ਵਾਸਤੇ ਇੱਕ ਬਹੁਤ ਹੀ ਈਜ਼ੀ ਟਰਮ ਜਿਹੜਾ ਬਣਾਇਆ ਗਿਆ ਸੀਗਾ, ਇਹਨੂੰ ਆਪਾਂ ਹਾਰਟ ਅਟੈਕ ਕਹਿ ਦਿੰਦੇ ਸੀ। ਬੇਸਿਕਲੀ ਹੁੰਦਾ ਹੈ ਕਿ ਹਾਰਟ ਦੀਆਂ ਮੇਨ 3 ਨਾੜੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਕੋਰੋਨਰੀ ਆਰਟਰੀਜ਼ ਕਹਿੰਦੇ ਹਾਂ, ਔਰ ਕੋਰੋਨਰੀ ਆਰਟਰੀਜ਼ ਦੀ ਬਲੋਕੇਜ ਕਰਕੇ ਜਦੋਂ ਹਾਰਟ ਦੀ ਆਪਣੇ ਹੀ ਮਸਲ ਨੂੰ ਸਪਲਾਈ ਨਾ ਮਿਲੇ ਔਰ ਪੂਰੀ ਬਾਡੀ ਦੀ ਬਲੱਡ ਦੀ ਰਿਕੁਆਇਰਮੈਂਟ ਇਹ ਪੂਰੀ ਨਾ ਕਰ ਪਏ, ਉਸ ਟਾਈਮ ਦੇ ਉਸੇ ਆਪਾਂ ਹਾਰਟ ਅਟੈਕ ਇਹਨੂੰ ਆਪਾਂ ਟਰਮ ਦਿੰਦੇ ਹਾਂ। ਜਦ ਕਿ ਕਾਰਡੀਅਕ ਅਰੈਸਟ ਬੇਸਿਕਲੀ ਕੰਪਲੀਟ ਸਟੈਂਡ ਸਟਿਲ ਹੈ, ਹਾਰਟ ਦਾ ਬਿਲਕੁਲ ਹੀ ਬੀਟ ਕਰਨਾ ਬੰਦ ਹੋ ਜਾਣਾ। ਨਾਰਮਲੀ ਹਾਰਟ ਜਿਹੜਾ ਬੀਟ ਕਰਦਾ ਉਹ 60 to 100 ਬੀਟਸ ਪਰ ਮਿੰਟ ਤੇ ਬੀਟ ਕਰਦਾ। ਸੋ ਜਦੋਂ ਇਹ ਕਾਰਡੀਅਕ ਸਟੈਂਡ ਸਟਿਲ ਹੋ ਜਾਏ, ਐਬਸੋਲੂਟ ਸਟਾਪੇਜ ਆਫ ਦਾ ਹਾਰਟ ਬੀਟ, ਉਸ ਨੂੰ ਆਪਾਂ ਕਾਰਡੀਅਕ ਅਰੈਸਟ ਕਰਦੇ। ਸੋ CPR ਦੇ ਬਾਰੇ ਆਪਾਂ ਜੇ ਗੱਲ ਕਰੀਏ, ਸੋ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਪਹਿਲਾਂ ਇਨਸ਼ੋਰ ਕਰਨਾ ਕਿ ਕਾਰਡੀਅਕ ਅਰੈਸਟ ਹੈ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਇੰਪੋਰਟੈਂਟ ਆਪਾਂ 2 ਚੀਜ਼ਾਂ ਦੇਖਣੀਆਂ ਨੇ। ਪੇਸ਼ੈਂਟ ਦੇ ਸ਼ੋਲਡਰਸ ਦੇ ਉੱਤੇ ਜਾ ਕੇ ਟੈਪ ਕਰਨਾ ਹੈ ਕਿ ਪੇਸ਼ੈਂਟ ਬੇਹੋਸ਼ ਹੈ ਜਾਂ ਵੈਸੇ ਕਿਤੇ ਡਰਾਊਜ਼ੀ ਹੈ ਥੋੜਾ ਜਿਹਾ। तो जे पेशेंट बिल्कुल बेहोश है, पेशेंट रिस्पॉन्ड नहीं करूँगा। दूसरी चीज़ असी जी नोट करनी है कि पेशेंट ब्रीथ कर रहा है या नहीं। सो आप नॉस्ट्रल्स तो देख सकते हैं कि हवा आ रही है या नहीं। सैकेंडली छाती उठ रही है या नहीं, चेस्ट एक्सपेंशन है या नहीं। थर्ड थिंग इज़ कि आप हार्ट बीट देखनी है कि पेशेंट का कितने हार्ट बीट करना बंद तो नहीं कर रहा। सो वो असी पल्स तो देख सकते हैं। सो सब तो इंपॉर्टेंट पल्स जी कि कार्डियक अरेस्ट को पछाणने वास्ते है। सो साइंटिफिकली वी हैव बीन टोल्ड दैट कैरोटिड पल्स। सो बेसिकली गर्दन ਦੇ ਵਿੱਚ ਜਿਹੜੀ ਆਪਣੀ ਇੱਕ ਨਾੜੀ ਹੁੰਦੀ ਹੈ ਜਿਹੜੀ ਸਾਡੀ ਬ੍ਰੇਨ ਨੂੰ ਸਪਲਾਈ ਦਿੰਦੀ ਹੈ ਹਾਰਟ ਤੋਂ, ਉਹਨੂੰ ਅਸੀਂ ਇੱਥੇ ਆਪਣੇ ਜਵਾੜੇ ਦੇ ਨੀਚੇ ਇੱਥੇ ਫੀਲ ਕਰੀਏ। ਜੇ ਆਪਾਂ ਨਾਰਮਲ ਬੰਦਾ ਅਗਰ ਫੀਲ ਕਰੇ ਤਾਂ ਸਾਨੂੰ ਇਹ ਤੱਕ ਕਰਦੀ ਹੋਈ ਮਹਿਸੂਸ ਹੋ ਜਾਏਗੀ। ਸੋ ਕਾਰਡੀਅਕ ਅਰੈਸਟ ਵਾਲੇ ਪੇਸ਼ੈਂਟ ਦੇ ਵਿੱਚ ਇਹ ਜਿਹੜੀ ਕੈਰੋਟਿਡ ਪਲਸ ਹੈ ਇਟ ਵਿਲ ਨਾਟ ਬੀ ਦੇਅਰ। ਜੇ ਇਹ ਤਿੰਨੋਂ ਚੀਜ਼ਾਂ ਨਹੀਂ ਹੈਗੀਆਂ ਤਾਂ ਸਹੀ ਟਾਈਮ ਹੈ ਕਿ ਆਪਾਂ CPR ਸਟਾਰਟ ਕਰੀਏ, ਜਿਹਨੂੰ ਕਿ ਛਾਤੀ ਨੂੰ ਸੈਂਟਰ ਆਫ ਦਾ ਛਾਤੀ ਦੇ ਵਿੱਚ ਹੱਥ ਨੂੰ ਐਵੇਂ ਜੋੜ ਕੇ ਦੋਨਾਂ ਨੂੰ ਐਂਡ ਕੂਲੀਆਂ ਨੂੰ ਬਿਲਕੁਲ ਲੌਕ ਕਰਕੇ ਵੀ ਸਟਾਰਟ ਕੰਪਰੈਸਿੰਗ ਦਾ ਚੈਸਟ, ਛਾਤੀ ਨੂੰ ਦਬਾਉਣਾ ਸ਼ੁਰੂ ਕਰ ਦਈਏ। ਡਾਕਟਰ UP ਸਿੰਘ ਜੀ, ਹਾਰਟ ਡਿਸੀਜ਼ ਦੇ ਲਈ ਦਵਾਈਆਂ ਦੇ ਅਸਰ ਤੇ ਪੇਸ਼ੈਂਟ ਨੂੰ ਹੋਣ ਵਾਲੇ ਬੈਨੀਫਿਟਸ ਦੇ ਬਾਰੇ ਜਾਣਕਾਰੀ ਦਿਓ। ਦੇਖੋ, ਜੇ ਹਾਰਟ ਡਿਜ਼ੀਜ਼ ਦਾ ਸਾਨੂੰ ਪਤਾ ਲੱਗਦਾ ਹੈ ਕਿ ਹਾਰਟ ਦੀ ਪ੍ਰੋਬਲਮ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੋਰਨਰੀ ਆਰਟਰੀ ਡਿਜ਼ੀਜ਼, ਯਾਨੀ ਕਿ ਹਾਰਟ ਦੀਆਂ ਨਾੜੀਆਂ ਦੇ ਵਿੱਚ ਬਲੌਕੇਜ ਹੈ। ਇਹਦੇ ਕਈ ਤਰੀਕਿਆਂ ਨਾਲ ਪਤਾ ਲੱਗਦਾ ਹੈ। ਸਿੰਪਟਮ ਨਾਲ ਪਤਾ ਲੱਗਦਾ ਹੈ। ਮਰੀਜ਼ ਨੂੰ ਚੱਲਦੇ ਚੈਸਟ ਪੇਨ ਹੁੰਦੀ ਹੈ, ਛਾਤੀ 'ਚ ਦਰਦ ਹੁੰਦੀ ਹੈ, ਜਿਹੜੀ ਰੁਕਦਿਆਂ ਠੀਕ ਹੋ ਜਾਂਦੀ ਹੈ, ਉਹਨੂੰ ਅਸੀਂ ਐਂਜਾਈਨਾ ਕਹਿੰਦੇ ਹਾਂ। ਕੁਝ ਮਰੀਜ਼ਾਂ ਨੂੰ ਹਾਰਟ ਅਟੈਕ ਆਉਂਦਾ, ਕੁਝ ਮਰੀਜ਼ਾਂ ਦੀ ਅਸੀਂ ਐਂਜੀਓਗ੍ਰਾਫੀ ਕਰਦੇ ਹਾਂ ਤੇ ਦੇਖਦੇ ਹਾਂ ਆਰਟਰੀ 'ਚ ਬਲੌਕੇਜ ਹੈਗੀ। ਸੋ ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਸਾਨੂੰ ਇਹ ਨੌਲੇਜ ਮਿਲਦੀ ਹੈ ਕਿ ਮਰੀਜ਼ ਦੀਆਂ ਹਾਰਟ ਦੀਆਂ ਨਾੜੀਆਂ ਦੇ ਵਿੱਚ ਬਲੌਕੇਜ ਹੈ। ਜੇ ਨਾੜੀਆਂ ਦੇ ਵਿੱਚ ਬਲੌਕੇਜ ਹੈ, ਉਹ ਬਲੌਕੇਜ ਜਿਹੜੀ ਕੋਲੈਸਟਰੋਲ ਦੇ ਡਿਪੋਜੀਸ਼ਨ ਦੇ ਨਾਲ ਹੁੰਦੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਜਿਹੜਾ ਮੇਨ ਟ੍ਰੀਟਮੈਂਟ ਆਰਟਰੀ ਬਲੌਕੇਜ ਦਾ, ਉਹ ਕੋਲੈਸਟਰੋਲ ਦੀ ਦਵਾਈ, ਘਟਾਣੇ ਦੀ ਦਵਾਈ, ਜਿਨ੍ਹਾਂ ਨੂੰ ਸਟੈਟਿਨ ਕਹਿੰਦੇ ਆ, ਉਹ ਲੈਣੀ ਚਾਹੀਦੀ ਹੈ। ਦੂਸਰਾ, ਕਿਉਂਕਿ ਹਾਰਟ ਡਿਜ਼ੀਜ਼ ਦੇ ਵਿੱਚ ਕਲੌਟ ਬਣਨ ਦਾ ਰਿਸਕ ਜ਼ਿਆਦਾ ਰਹਿੰਦਾ ਹੈ, ਇਹਦੇ ਵਿੱਚ ਅਸੀਂ ਐਸਪਰਿਨ ਜਾਂ ਬਲੱਡ ਥਿਨਰ ਦਿੰਦੇ ਹਾਂ। ਸੋ ਬਲੱਡ ਥਿਨਰ ਤੇ ਕੋਲੈਸਟਰੋਲ ਲੋਅਰਿੰਗ ਮੈਡੀਸਨ
ਸਭ ਤੋਂ ਜ਼ਰੂਰੀ ਕੰਪੋਨੈਂਟ ਹੈ ਹਾਰਟ ਡਿਜ਼ੀਜ਼ ਨੂੰ ਇਲਾਜ ਕਰਨੇ ਦਾ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ, ਸ਼ੂਗਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ, ਸਮੋਕਿੰਗ ਨੂੰ ਬੰਦ ਕਰਨਾ ਜ਼ਰੂਰੀ ਹੈ ਔਰ ਐਕਸਰਸਾਈਜ਼ ਨੂੰ ਮੇਨਟੇਨ ਕਰਨਾ ਬਹੁਤ ਲਾਜ਼ਮੀ ਹੈ। ਡਾਕਟਰ ਗਜੇਂਦਰਪਾਲ ਸਿੰਘ ਕਲੇਰ ਜੀ, ਕੀ ਤੁਸੀਂ ਐਂਜੀਓਪਲਾਸਟੀ ਜਿਹੀਆਂ ਲੈਸ ਇਨਵੈਸਿਵ ਪ੍ਰੋਸੀਜਰ ਦੇ ਫਾਇਦੇ ਤੇ ਰਿਸਕ ਦੇ ਬਾਰੇ ਜਾਣਕਾਰੀ ਦੇ ਸਕਦੇ ਹੋ? एंजियोप्लास्टी की प्रोसीजर ਜਿਹੜਾ ਆਪਾਂ ਬੇਸਿਕਲੀ ਹਾਰਟ ਅਟੈਕ ਵਾਲੇ ਪੇਸ਼ੈਂਟਸ ਵਾਸਤੇ ਮੋਸਟ ਇੰਪੋਰਟੈਂਟ ਹੋ ਜਾਂਦਾ ਹੈ, ਜਿਹੜਾ ਕਿ ਟਾਈਮ ਬਾਉਂਡ ਮੈਨਰ ਦੇ ਵਿੱਚ ਕਰਨਾ ਐਕਸਟ੍ਰੀਮਲੀ ਇੰਪੋਰਟੈਂਟ ਹੈ ਤਾਂ ਕਿ ਹਾਰਟ ਦਾ ਜਿਹੜਾ ਮਸਲ ਹੈ ਉਹਨੂੰ ਡੈਡ ਹੋਣ ਤੋਂ ਬਚਾਇਆ ਜਾ ਸਕੇ। ਸੋ ਕੱਲਾ ਹਾਰਟ ਅਟੈਕ ਵਾਲੇ ਪੇਸ਼ੈਂਟਸ ਦੇ ਵਿੱਚ ਹੀ ਨਹੀਂ ਇੰਪੋਰਟੈਂਟ ਹੈ, ਇਹਦੇ ਹੋਰ ਵੀ ਬਹੁਤ ਸਾਰੇ ਇੰਡੀਕੇਸ਼ਨਸ ਨੇ, ਜਿਵੇਂ ਕਿ ਸਟੇਬਲ ਐਂਜਾਈਨਾ ਜਾਂ ਫਿਰ ਸਟੇਬਲ ਹਾਰਟ ਕੋਰੋਨਰੀ ਹਾਰਟ ਡਿਜ਼ੀਜ਼ ਕਹਿ ਦਿੰਦੇ ਨੇ। ਉਹਦੇ ਵਿੱਚ ਪੇਸ਼ੈਂਟ ਨੂੰ ਨਾਰਮਲ ਹੈ, ਪੇਸ਼ੈਂਟ ਬੈਠੇ ਰਹੇ ਤਾਂ ਜਦੋਂ ਰੈਸਟ ਦੇ ਉੱਤੇ ਹੈ ਪੇਸ਼ੈਂਟ ਨੂੰ ਕੋਈ ਸਿੰਪਟਮ ਨਹੀਂ ਹੈ, ਬਟ ਜਦੋਂ ਪੇਸ਼ੈਂਟ ਐਗਜ਼ਰਟ ਕਰਦਾ ਹੈ, ਕੋਈ ਹੈਵੀ ਐਗਜ਼ਰਸ਼ਨ ਕਰਦਾ ਹੈ ਜਾਂ ਈਵਨ ਨਹਾਉਂਦਾ ਧੋਂਦਾ ਹੈ ਜਾਂ ਬਰੀਥਿੰਗ ਐਕਟੀਵਿਟੀਜ਼ ਕਰਦਾ ਹੈ ਜਾਂ ਕਲੋਥਸ ਚੇਂਜ ਕਰਦਾ ਹੈ, ਤੇ ਉਸ ਟਾਈਮ ਦੇ ਉੱਤੇ ਐਗਜ਼ਰਸ਼ਨ ਦੇ ਉੱਤੇ ਚੈਸਟ ਪੇਨ ਹੋਣਾ ਜਾਂ ਫਿਰ ਸਾਹ ਚੜਨਾ, ਬ੍ਰੈਥਲੈਸਨੈਸ ਹੋਣਾ, ਪੈਲਪੀਟੇਸ਼ਨਸ ਹੋਣਾ, ਇਹਨੂੰ ਅਸੀਂ ਇੱਕ ਸਟੇਬਲ ਕੋਰੋਨਰੀ ਆਰਟਰੀ ਡਿਜ਼ੀਜ਼ ਕਹਿ ਦਿੰਦੇ ਹਾਂ, ਜਿਹੜਾ ਕਿ ਸਿਰਫ ਐਗਜ਼ਰਸ਼ਨ ਦੇ ਉੱਤੇ ਸਿੰਪਟਮ ਹੁੰਦੇ ਆ। ਸੋ ਇਸ ਕੇਸਿਸ ਦੇ ਵਿੱਚ ਵੀ ਅਸੀਂ ਪਹਿਲਾਂ ECG, एको, TMT ਜਾਂ ਫਿਰ ਸਟ੍ਰੈਸ ਟੈਸਟਿੰਗ, ਸਟ੍ਰੈਸ ਥੈਲੀਅਮ ਸਕੈਨ ਜਾਂ ਫਿਰ ਸਟ੍ਰੈਸ ਏਕੋਸ ਕਰਵਾਉਂਦੇ ਹਾਂ। ਜੇ ਉਹਦੇ ਵਿੱਚ ਸਾਨੂੰ ਪੋਜ਼ੀਟਿਵ ਫਾਈਂਡਿੰਗਸ ਮਿਲਦੀਆਂ ਨੇ ਤੇ ਅਸੀਂ ਫਿਰ ਪੇਸ਼ੈਂਟ ਨੂੰ ਐਂਜੀਓਗ੍ਰਾਫੀ ਵਾਸਤੇ ਐਡਵਾਈਸ ਕਰਦੇ ਹਾਂ, ਜਿਹਦੇ ਵਿੱਚ ਅਸੀਂ ਹਾਰਟ ਦੀ ਨਾੜੀਆਂ ਦੇ ਵਿੱਚ ਥਰੂ ਦਾ ਵਾਇਰਸ, ਫਸਟ ਆਫ ਆਲ ਵੀ ਪੁੱਟ ਇਨ ਕੈਥੇਟਰਸ, ਇੱਕ ਸਮਾਲ ਇੱਕ ਹੋਲੋ ਪਲਾਸਟਿਕ ਟਿਊਬਸ, ਤੁਸੀਂ ਸਮਝ ਲਓ ਇਧਰ ਲੇਮੈਨ ਦੇ ਵਿੱਚ ਆਪਾਂ ਗੱਲ ਕਰੀਏ, ਤੇ ਉਹਦੇ ਥਰੂ ਅਸੀਂ ਨਾੜੀਆਂ ਦੇ ਵਿੱਚ ਵਾਇਰਸ ਦੇ ਥਰੂ ਜਾਂਦੇ ਹਾਂ ਐਂਡ ਓਵਰ ਦਾ ਵਾਇਰਸ ਹੀ ਅਸੀਂ ਬਲੂਨਸ ਲੈ ਕੇ ਜਾ ਸਕਦੇ ਹਾਂ, ਜਿੱਥੇ ਬਲੋਕੇजेस ਨੂੰ ਅਸੀਂ ਬਲੂਨਸ ਨਾਲ ਸਾਡਾ ਕੰਟਰੋਲ ਹੁੰਦਾ ਹੈ ਬਾਹਰੋਂ ਦੀ, ਐਂਡ ਵੀ ਕੈਨ ਓਪਨ ਅਪ ਦਾ ਬਲੂਨਸ ਦੇਅਰ, ਤੇ ਉੱਥੇ ਅਸੀਂ ਜਿਹੜੀਆਂ ਸਟੈਨੋਸਿਸ ਨੇ ਜਾਂ ਬਲੋਕੇजेस ਨੇ ਹਾਰਟ ਦੀਆਂ ਨਾੜੀਆਂ, ਉਹਦੇ ਵਿੱਚ ਅਸੀਂ ਉਹਨਾਂ ਨੂੰ ਖੋਲ ਸਕਦੇ ਹਾਂ ਔਰ ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਬਲੋਕੇजेस ਨੇ, ਆਫਟਰ ਓਪਨਿੰਗ them we can put in a stent। ਬਾਕੀ ਅਗਰ ਆਪਾਂ ਗੱਲ ਕਰੀਏ ਸਾਈਡ ਇਫੈਕਟਸ ਦੀ, ਇਸ ਤਰ੍ਹਾਂ ਕੋਈ ਸਾਈਡ ਇਫੈਕਟ ਨਹੀਂ ਹੈ। ਹਾਂ, ਪ੍ਰੋਸੀਜਰ ਰਿਲੇਟਡ ਕੰਪਲਿਕੇਸ਼ਨਸ, देयर आर मैनी complications which can occur, ਜਿਨ੍ਹਾਂ ਦਾ ਰੇਟ 0.2% ਤੋਂ ਲੈ ਕੇ ਮਤਲਬ 0.5 ਜਾਂ 1% ਤੱਕ ਹੁੰਦਾ ਹੈ। ਔਰ ਅੱਛੀ ਕੈਥ ਲੈਬ ਦੇ ਵਿੱਚ ਆਈ ਥਿੰਕ ਵੀ ਹੈਵ very good cath labs and in the metro cities, especially in our hospital in Chandigarh, in Amritsar and bigger cities, I think they have very low complication rates ਵੀ ਬਹੁਤ ਜ਼ਿਆਦਾ ਘੱਟ ਨੇ, ਇਹੋ ਜਿਹੇ ਚਾਂਸਸ ਬਹੁਤ ਹੀ ਰੇਅਰ ਹੁੰਦੇ ਨੇ। ਹਾਂ, ਹਾਰਟ ਅਟੈਕ ਵਾਲੇ ਪੇਸ਼ੈਂਟਸ ਦੇ ਵਿੱਚ ਪੇਸ਼ੈਂਟਸ ਬਹੁਤ ਹੀ ਸਿਕ ਹੁੰਦੇ ਨੇ, ਸੋ complications not itself but due to the condition of the patient can definitely occur। ਡਾਕਟਰ ਯੂਪੀ ਸਿੰਘ ਜੀ, ਟ੍ਰੀਟਮੈਂਟ ਤੋਂ ਬਾਅਦ ਕਾਰਡੀਅਕ ਰਿਹੈਬਿਲਿਟੇਸ਼ਨ ਦੇ ਰੋਲ ਦੇ ਬਾਰੇ ਵੀ ਦੱਸੋ। ਕਾਰਡੀਅਕ ਰੀਹੈਬਿਲਿਟੇਸ਼ਨ ਬਹੁਤ ਹੱਦ ਤੱਕ ਸਾਡੇ ਇਸ ਰੀਜਨ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾ ਰਹੀ, ਜੋ ਅਨਫੋਰਚੂਨੇਟ ਹੈ। ਇੱਕ ਵਾਰ ਕਿਸੇ ਬੰਦੇ ਨੂੰ ਹਾਰਟ ਦੀ ਡਿਜ਼ੀਜ਼ ਹੋ ਗਈ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ, ਹਾਰਟ ਦੀ ਪੰਪਿੰਗ ਘਟ ਗਈ, ਉਸ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਹਾਂ। ਅਸੀਂ ਉਸੇ ਫਿਜ਼ੀਕਲ ਕਪੈਸਿਟੀ ਦੇ ਉੱਤੇ ਵਾਪਸ ਜਾਣਾ ਚਾਹੁੰਦੇ ਹਾਂ ਜਿੱਥੋਂ ਪਹਿਲਾਂ ਸਾਨੂੰ ਅਟੈਕ ਹੋਇਆ ਸੀ। ਅਸੀਂ ਉਸ ਲੈਵਲ ਆਫ ਐਕਸਰਸਾਈਜ਼ ਤੇ ਵਾਪਸ ਜਾਣਾ ਚਾਹੁੰਦੇ ਹਾਂ। ਉਸ ਚੀਜ਼ ਨੂੰ ਅਸੀਂ ਕਾਰਡੀਅਕ ਰੀਹੈਬਿਲਿਟੇਸ਼ਨ ਕਹਿੰਦੇ ਹਾਂ। ਕਾਰਡੀਅਕ ਰੀਹੈਬਿਲਿਟੇਸ਼ਨ ਦਾ ਮਤਲਬ ਹੈ ਅਸੀਂ ਇੱਕ ਮਈਅਰਡ ਤਰੀਕੇ ਦੇ ਨਾਲ, ਇੱਕ ਮਿਣਤੀ ਦੇ ਤਰੀਕੇ ਦੇ ਨਾਲ, ਡਾਕਟਰ ਦੀ ਸਲਾਹ ਦੇ ਨਾਲ ਅਸੀਂ ਰੈਗੂਲਰ ਹੌਲੀ ਐਕਸਰਸਾਈਜ਼ ਵਧਾਈ ਜਾਏ ਤਾਂ ਕਿ ਅਸੀਂ ਉਸ ਐਕਸਰਸਾਈਜ਼ ਲੈਵਲ ਤੇ ਆਪਣੀ ਫਿਜ਼ੀਕਲ ਫਿਟਨੈਸ ਦੇ ਲੈਵਲ ਤੇ ਵਾਪਸ ਪਹੁੰਚੀਏ। ਰੀਹੈਬਿਲਿਟੇਸ਼ਨ 'ਚ ਉਸ ਤੋਂ ਇਲਾਵਾ ਸਿਗਰਟ ਨੂੰ ਛੱਡਣਾ, ਅਲਕੋਹਲ ਦੀ ਕੰਜ਼ੰਪਸ਼ਨ ਨੂੰ, ਸ਼ਰਾਬ ਨੂੰ ਬੰਦ ਕਰਨਾ ਔਰ ਆਪਣੇ ਮੋਟਾਪੇ ਨੂੰ ਘਟਾਉਣਾ, ਇਹ ਤਿੰਨ ਚੀਜ਼ਾਂ ਔਰ ਬੜੀਆਂ ਇੰਪੋਰਟੈਂਟ ਹੈ ਜਿਹੜੀਆਂ ਰੀਹੈਬਿਲਿਟੇਸ਼ਨ 'ਚ ਜ਼ਰੂਰੀ ਹੈ। ਕਿਉਂਕਿ ਅਸੀਂ ਜੇ ਅੱਜ ਕਿਸੇ ਮਰੀਜ਼ ਦੀ ਐਂਜੀਓਗ੍ਰਾਫੀ, ਐਂਜੀਓਪਲਾਸਟੀ, ਸਟੈਂਟ ਕਰ ਦਿੱਤਾ ਜਾਂ ਬਾਈਪਾਸ ਕਰ ਦਿੱਤੀ, ਅਸੀਂ ਬਾਈਪਾਸ ਕਰਕੇ ਉਹ ਟੈਂਪਰੇਰੀ ਪ੍ਰੋਬਲਮ ਤਾਂ ਸੋਲਵ ਕਰ ਦਿੱਤੀ, ਉਸ ਤੋਂ ਬਾਅਦ ਉਸ ਮਰੀਜ਼ ਨੂੰ ਦੁਬਾਰਾ ਬਲੋਕੇਜ ਨਾ ਬਣੇ ਆਰਟਰੀਜ਼ ਦੇ ਵਿੱਚ, ਉਹਦੇ ਵਾਸਤੇ ਸਾਨੂੰ ਰੀਹੈਬਿਲਿਟੇਸ਼ਨ ਬਹੁਤ ਜ਼ਰੂਰੀ ਹੈ। ਡਾਕਟਰ ਗਜੇਂਦਰਪਾਲ ਸਿੰਘ ਕਲੇਰ ਜੀ, ਹੈਲਦੀ ਹਾਰਟ ਦੇ ਲਈ ਡਾਈਟ ਦੇ ਵਿੱਚ ਕੀ ਕੁਝ ਚੇਂਜਸ ਕੀਤੀਆਂ ਜਾ ਸਕਦੀਆਂ ਨੇ ਤੇ ਉਸ ਨੂੰ ਮੇਨਟੇਨ ਕਿਵੇਂ ਕਰਕੇ ਰੱਖਿਆ ਜਾ ਸਕਦਾ ਹੈ, ਇਸ ਬਾਰੇ ਸਮਝਾਓ ਜ਼ਰਾ। ਇੱਕ ਸਭ ਤੋਂ ਇੰਪੋਰਟੈਂਟ ਐਸਪੈਕਟ ਹੈ ਰਾਦਰ ਡਾਇਟਰੀ ਆਪਣਾ ਮੇਨਟੇਨੈਂਸ ਰੱਖਣਾ। ਸੋ ਅਗਰ ਆਪਾਂ ਮੋਟੇ ਤੌਰ ਦੇ ਉੱਤੇ ਆਪਾਂ ਜਿਵੇਂ ਸਰੋਤੇ ਆ ਆਪਣੇ ਉਹਨਾਂ ਦੀ ਆਪਾਂ ਕਹਿਣਾ ਇਹੀ ਚਾਹੂੰਗਾ ਕਿ ਮੋਟੇ ਤੌਰ ਦੇ ਉੱਤੇ ਆਪਾਂ ਜਿਹੜੀਆਂ ਫਰਾਈਡ ਚੀਜ਼ਾਂ ਨੇ, ਤਲੀਆਂ ਚੀਜ਼ਾਂ ਨੇ, ਸੈਚੂਰੇਟਿਡ ਫੈਟ ਜਿਵੇਂ ਕਿ ਦੇਸੀ ਘਿਓ ਜਾਂ ਮੱਖਣ
ਇਹੋ ਜਿਹੀ ਚੀਜ਼ਾਂ ਆਪਾਂ ਨੂੰ ਘੱਟ ਤੋਂ ਘੱਟ ਆਪਣੀ ਡਾਈਟ ਦੇ ਵਿੱਚ ਲਿਮਿਟ ਕਰਨੀ ਹੈ। ਸਪੈਸ਼ਲੀ ਵੀ ਕੈਨ ਐਟ ਦਾ ਬੈਸਟ ਸਟਾਪ them, ਜਿੰਨਾ ਹੀ ਬੰਦ ਕਰ ਸਕੀਏ ਤਾਂ ਜ਼ਿਆਦਾ ਵਧੀਆ। ਐਂਡ ਹਾਰਟ ਪੇਸ਼ੈਂਟਸ ਜਿਨ੍ਹਾਂ ਦੇ ਸਪੈਸ਼ਲੀ ਹਾਰਟ ਦਾ ਮਸਲ ਕਮਜ਼ੋਰ ਕਰ ਗਿਆ ਹੈ, ਕਮਜ਼ੋਰ ਪੈ ਗਿਆ ਅਟੈਕ ਕਰਕੇ, ਉਹਨਾਂ ਦੇ ਵਿੱਚ ਤਾਂ ਆਈ ਵੁੱਡ ਸੁਜੈਸਟ ਕਿ 2.5 ਤੋਂ 3 ਗ੍ਰਾਮ, ਇਸ ਤੋਂ ਵੱਧ 24 ਘੰਟੇ ਦੀ ਜਿਹੜੀ ਹੈ ਸਾਲਟ ਦੀ ਜਿਹੜੀ ਕੰਜ਼ੰਪਸ਼ਨ ਹੈ ਇਹ ਨਹੀਂ ਹੋਣੀ ਚਾਹੀਦੀ। ਸਾਡਾ ਜਿਹੜਾ ਡਾਈਟਰੀ ਇਨਟੇਕ ਹੈ ਉਹ ਜ਼ਿਆਦਾ ਕਾਰਬੋਹਾਈਡਰੇਟਸ, ਗੇਹੂੰ ਜਾਂ ਰਾਈਸ ਜਾਂ ਜਿਵੇਂ ਕਣਕ ਹੋ ਗਈ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਘੱਟ ਹੋਵੇ, ਵੈਜੀਟੇਬਲਸ ਔਰ ਫਰੂਟਸ ਦੇ ਉੱਤੇ ਹੋਣ। ਹਾਂ, ਡਾਇਬੀਟਿਕ ਪੇਸ਼ੈਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਆਪਾਂ ਜ਼ਿਆਦਾ ਜੂਸੀ ਫਰੂਟਸ ਨਹੀਂ ਅਲਾਉ ਕਰ ਸਕਦੇ, ਬਟ ਗੁਆਵਾ ਹੋ ਗਿਆ, ਅਮਰੂਦ ਹੋ ਗਿਆ, ਪਪੀਤਾ, ਪਪਾਇਆ ਜਿਵੇਂ ਪਪੀਤਾ ਕਹਿੰਦੇ ਆਪਾਂ, ਇਹ ਫਰੂਟਸ ਜਿਹੜੇ ਆ ਆਪਾਂ ਉਹਨਾਂ ਦੇ ਪੇਸ਼ੈਂਟਸ ਦੇ ਵਿੱਚ ਵੀ ਇੱਕ ਲਿਮਿਟਿਡ ਕੁਆਂਟੀਟੀ ਦੇ ਵਿੱਚ ਆਪਾਂ ਲੈ ਸਕਦੇ ਹਾਂ। ਡਾਕਟਰ ਯੂਪੀ ਸਿੰਘ ਜੀ, ਆਖਰੀ ਸਵਾਲ ਤੁਹਾਨੂੰ ਕਿ ਹੈਲਦੀ ਹਾਰਟ ਦੇ ਲਈ ਐਕਸਰਸਾਈਜ਼ਸ ਕਰਨਾ ਕਿੰਨਾ ਇੰਪੋਰਟੈਂਟ ਹੈ, ਇਹ ਦੱਸੋ, ਤੇ ਇਸ ਦੇ ਨਾਲ ਹੀ ਟ੍ਰੀਟਮੈਂਟ ਤੋਂ ਬਾਅਦ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਕੀਤੀਆਂ ਜਾ ਸਕਦੀਆਂ ਨੇ, ਇਸ ਬਾਰੇ ਵੀ ਜਾਣਕਾਰੀ ਦਿਓ। ਹਾਰਟ ਦੀ ਡਿਜ਼ੀਜ਼ ਨੂੰ ਪ੍ਰੀਵੈਂਟ ਕਰਨੇ ਵਾਸਤੇ ਮੇਰੇ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਐਕਸਰਸਾਈਜ਼ ਹੈ, ਜੋ ਅੱਜ ਦੇ ਦਿਨ 'ਚ ਅਸੀਂ ਬਿਲਕੁਲ ਛੱਡਦੇ ਜਾ ਰਹੇ ਹਾਂ। ਸਾਨੂੰ ਐਕਸਰਸਾਈਜ਼ ਕਰਨਾ, ਜਿਹਦੇ 'ਚ ਅਸੀਂ ਕਾਰਡੀਓ ਐਕਸਰਸਾਈਜ਼ ਵੀ ਕਰ ਸਕਦੇ ਹਾਂ, ਅਸੀਂ ਵੇਟ ਟ੍ਰੇਨਿੰਗ ਐਕਸਰਸਾਈਜ਼ ਵੀ ਕਰ ਸਕਦੇ ਹਾਂ। ਦੋਨੋਂ ਐਕਸਰਸਾਈਜ਼ਸ ਬਿਲਕੁਲ ਸੇਫ ਹੈ ਹਾਰਟ ਡਿਜ਼ੀਜ਼ ਨੂੰ ਬਚਾਉਣੇ ਵਾਸਤੇ। ਕਾਰਡੀਓ ਐਕਸਰਸਾਈਜ਼ ਏਜ ਦੇ ਮੁਤਾਬਿਕ ਤੁਸੀਂ ਵਾਕਿੰਗ ਸ਼ੁਰੂ ਕਰ ਸਕਦੇ ਹੋ। ਜੇ ਬੰਦਾ ਯੰਗ ਹੈ ਤੇ ਪਹਿਲਾਂ ਵਾਕਿੰਗ, ਵਿਚਕਾਰ ਥੋੜਾ ਜਿਹਾ ਜੋਗਿੰਗ, ਫਿਰ ਵਾਕਿੰਗ, ਫਿਰ ਜੋਗਿੰਗ। ਅਸੀਂ ਇਹਨੂੰ ਇੰਟਰਵਲ ਐਕਸਰਸਾਈਜ਼ ਕਹਿੰਦੇ ਹਾਂ। ਸਾਨੂੰ ਐਕਸਰਸਾਈਜ਼ ਇਦਾਂ ਦੀ ਨਹੀਂ ਚਾਹੀਦੀ ਕਿ ਅਸੀਂ ਬਿਲਕੁਲ ਆਹਿਸਤਾ ਟਹਿਲਦੇ ਹੋਏ 2, 4, 5 ਕਿਲੋਮੀਟਰ ਕਰ ਲਈਏ। ਉਹ ਹਾਰਟ ਡਿਜ਼ੀਜ਼ ਨੂੰ ਪ੍ਰੀਵੈਂਟ ਨਹੀਂ ਜੇ ਕਰਦੀ। ਹਾਰਟ ਡਿਜ਼ੀਜ਼ ਨੂੰ ਪ੍ਰੀਵੈਂਟ ਕਰਨੇ ਵਾਸਤੇ ਸਾਨੂੰ ਮੋਡਰੇਟ ਇੰਟੈਂਸਿਟੀ, ਥੋੜੀ ਜ਼ਿਆਦਾ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਤੇ ਐਕਸਰਸਾਈਜ਼ ਦੇ ਵਿੱਚ ਜਦੋਂ ਸਾਨੂੰ ਹਾਰਟ ਡਿਜ਼ੀਜ਼ ਨੂੰ ਪ੍ਰੀਵੈਂਟ ਕਰਨੇ ਵਾਸਤੇ ਜਿਹੜੀਆਂ ਦਵਾਈਆਂ ਦੀ ਲੋੜ ਹੈਗੀ ਹੈ, ਉਹ ਹਮੇਸ਼ਾ ਚੱਲਣੀਆਂ ਚਾਹੀਦੀਆਂ। ਸਭ ਤੋਂ ਇੰਪੋਰਟੈਂਟ ਦਵਾਈ ਮੈਂ ਰਿਵਾਈਜ਼ ਕਰਦਾ ਦੁਬਾਰਾ, ਉਹਨੂੰ ਬਲੱਡ ਪ੍ਰੈਸ਼ਰ ਦਾ ਟ੍ਰੀਟਮੈਂਟ ਹੈ। ਨੰਬਰ 2 ਤੇ ਇੰਪੋਰਟੈਂਟ ਦਵਾਈ ਸ਼ੂਗਰ ਦਾ ਇਲਾਜ ਹੈ। ਨੰਬਰ 3 ਦੇ ਉੱਤੇ ਹਾਰਟ ਡਿਜ਼ੀਜ਼ ਨੂੰ ਬਚਾਉਣ ਵਾਸਤੇ ਸਟੈਟਿਨ ਹੈਗੀਆਂ, ਜਿਨ੍ਹਾਂ ਨੂੰ ਅਸੀਂ ਕੋਲੈਸਟਰੋਲ ਨੂੰ ਘਟਾਉਣ ਵਾਲੀਆਂ ਦਵਾਈਆਂ ਕਹਿੰਦੇ ਹਾਂ। ਔਰ ਤੀਸਰਾ ਬਲੱਡ ਥਿਨਰ ਹੈਗਾ, ਜਿਹੜੀ ਐਸਪਿਰਿਨ। ਸੋ ਇਹ 4 ਐਂਗਲਸ ਨੂੰ ਹਾਰਟ ਵਾਸਤੇ ਸਾਨੂੰ ਦਵਾਈਆਂ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੈ। ਤੇ ਸਾਡੇ ਸਾਰੇ ਡਾਕਟਰਸ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਸੋ ਹਾਰਟ ਡਿਸੀਜ਼ ਦੇ ਨਾਲ ਜੁੜੇ ਕਈ ਅਹਿਮ ਜਾਣਕਾਰੀਆਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ। ਉਮੀਦ ਹੈ ਕਿ ਲੋਕ ਡਾਕਟਰਾਂ ਦੇ ਵੱਲੋਂ ਦੱਸੇ ਗਏ ਇਹਨਾਂ ਲੱਛਣਾਂ ਨੂੰ ਪਹਿਚਾਨ ਪਾਣਗੇ ਤੇ ਆਪਣੇ ਦਿਲ ਦਾ ਖਾਸ ਤੌਰ ਤੇ ਖਿਆਲ ਰੱਖ ਪਾਣਗੇ, ਤਾਂ ਕਿ ਹਾਰਟ ਅਟੈਕ ਦੇ ਮਾਮਲਿਆਂ ਦੇ ਵਿੱਚ ਕਮੀ ਆ ਸਕੇ। ਇਸ ਖਾਸ ਸ਼ੋਅ ਦੇ ਵਿੱਚ ਅੱਜ ਬਸ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ।